हेलो वेलकम सत श्री अकाल बच्चों। ਤੁਹਾਡਾ ਮੇਰੇ ਚੈਨਲ 'ਚ ਸਵਾਗਤ ਹੈ ਜਿਸ ਦਾ ਕਿ ਨਾਮ ਹੈ ਲਰਨਿੰਗ ਪੰਜਾਬੀ ਵਿਦ ਮੋਹਿਤਾ। ਸੋ ਜੋ ਅਸੀਂ ਰੋਜ਼ ਪੰਜਾਬੀ ਦੀ ਪੜ੍ਹਾਈ ਕਰ ਰਹੇ ਹਾਂ ਉਸ ਲੜੀ ਵਿੱਚ ਅਸੀਂ ਅੱਜ ਅਗਲਾ ਭਾਗ ਜਿਹੜਾ ਕਰਨ ਜਾ ਰਹੇ ਹਾਂ ਉਹ ਹੈ ਪੰਜਾਬੀ ਵਿਆਕਰਨ ਦਾ ਪ੍ਰਨਾਉਨ ਪੜ੍ਹਨਾਂਵ, ਜਿਸਨੂੰ ਅੰਗਰੇਜ਼ੀ 'ਚ ਕੀ ਕਹਿੰਦੇ ਹਨ ਪ੍ਰਨਾਉਨ ਔਰ ਪੰਜਾਬੀ 'ਚ ਕਹਿੰਦੇ ਹਨ ਪੜ੍ਹਨਾਂਵ। ਇਸ ਤੋਂ ਪਹਿਲਾਂ ਅਸੀਂ ਨਾਂਵ ਕੀਤਾ ਸੀ। ਨਾਂਵ ਦੀ ਕੀ ਪਰਿਭਾਸ਼ਾ ਸਮਝਾਈ ਸੀ ਤੁਹਾਨੂੰ? ਕਿਸੇ ਵੀ ਵਿਅਕਤੀ ਵਸਤੂ ਅਤੇ ਜਗ੍ਹਾ ਦਾ ਜੋ ਵੀ ਨਾਮ ਹੁੰਦਾ ਹੈ ਉਸਨੂੰ ਨਾਮ ਕਹਿੰਦੇ ਹਨ। ਉਹਦੀ ਵੱਖਰੀ ਵੱਖਰੀ ਕਿਸੇ ਕਿਸਮਾਂ ਬਾਰੇ ਵੀ ਪੜ੍ਹਿਆ ਸੀ। ਸੋ ਨਾਮ ਦੀ ਜਗ੍ਹਾ ਤੇ ਜਿਹੜੇ ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਹੈ, ਜੋ ਸ਼ਬਦਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਉਸ ਨੂੰ ਪੜ੍ਹਨਾਂਵ ਜਾਂ ਪ੍ਰੋਨਾਉਨ ਕਹਿੰਦੇ ਹਨ। ਜਿਵੇਂ ਸਪੋਜ਼ ਉਦਾਹਰਨ ਦੇ ਰਹੀ ਹਾਂ ਤੁਹਾਨੂੰ, ਸਕੂਲ 'ਚ ਕੋਈ ਵੀ ਨਿਬੰਧ ਮਿਲਦਾ ਹੈ ਆਪਣੇ ਦੋਸਤ ਉੱਪਰ ਲਿਖਣ ਲਈ ਜਾਂ ਆਪਣੇ ਪ੍ਰਿय ਮਿੱਤਰ ਉੱਤੇ ਲਿਖਣ ਲਈ, ਤੁਸੀਂ ਲਿਖਦੇ ਹੋ ਜਿਵੇਂ ਮੇਰੇ ਦੋਸਤ ਦਾ ਨਾਮ ਰਾਮ ਹੈ, ਰਾਮ 9ਵੀਂ ਕਲਾਸ 'ਚ ਪੜ੍ਹਦਾ ਹੈ, ਰਾਮ ਦੇ ਪਿਤਾ ਜੀ ਕਿਸਾਨ ਹਨ, ਰਾਮ ਦੇ ਮਾਤਾ ਜੀ ਘਰ ਦਾ ਕੰਮ ਕਰਦੇ ਹਨ, ਰਾਮ ਬਹੁਤ ਸ਼ਰੀਫ ਹੈ, ਰਾਮ ਬਹੁਤ ਇਮਾਨਦਾਰ ਹੈ। ਬਾਰ-ਬਾਰ ਤੁਸੀਂ ਰਾਮ ਰਾਮ ਸ਼ਬਦ ਦਾ, ਰਾਮ ਨਾਮ ਦਾ ਪ੍ਰਯੋਗ ਨਹੀਂ ਕਰ ਸਕਦੇ। ਸੋ ਤੁਸੀਂ ਰਾਮ ਦੀ ਜਗ੍ਹਾ ਤੇ ਕੀ ਵਰਤੋਗੇ? ਜਿਵੇਂ ਲਿਖ ਦੋਗੇ ਪਹਿਲਾਂ ਮੇਰੇ ਦੋਸਤ ਦਾ ਨਾਮ ਰਾਮ ਹੈ, ਉਹ 9ਵੀਂ ਕਲਾਸ ਪੜ੍ਹਦਾ ਹੈ, ਉਸਦੇ ਮਾਤਾ ਪਿਤਾ ਜੀ ਇਸ ਕੰਮ ਕਰਦੇ ਹਨ, ਉਹ ਕਿਸ ਤਰ੍ਹਾਂ ਦਾ ਹੈ। ਤਾਂ ਸੋ ਰਾਮ ਦੀ ਜਗ੍ਹਾ ਤੇ ਜਿਹੜਾ ਉਹ ਉਸ ਸ਼ਬਦ ਦਾ ਪ੍ਰਯੋਗ ਕਰ ਰਹੇ ਹਾਂ ਉਹ ਕੀ ਹੈ? ਪੜ੍ਹਨਾਂਵ। ਨਾਮ ਦੀ ਜਗ੍ਹਾ ਵਿੱਚ, ਕਿਸੇ ਵੀ ਵਾਕ ਵਿੱਚ ਨਾਮ ਦੀ ਜਗ੍ਹਾ ਤੇ ਜਿਸ ਸ਼ਬਦ ਦਾ ਇਸਤੇਮਾਲ ਹੁੰਦਾ ਹੈ ਉਸਨੂੰ ਅਸੀਂ ਕੀ ਕਹਿੰਦੇ ਹਾਂ? ਪੜ੍ਹਨਾਂਵ। ਪੜ੍ਹਨਾਂਵ ਦੀ ਪਰਿਭਾਸ਼ਾ ਦੇਖੋ ਬੱਚਿਓ, ਵਾਕ ਵਿੱਚ ਜਿਹੜਾ ਸ਼ਬਦ ਨਾਮ ਦੀ ਜਗ੍ਹਾ ਵਰਤਿਆ ਜਾਂਦਾ ਹੈ ਉਸ ਨੂੰ ਪੜ੍ਹਨਾਂਵ ਕਹਿੰਦੇ ਹਨ। ਜਿਵੇਂ ਮੈਂ, ਮੇਰਾ, ਤੂੰ, ਤੁਸੀਂ, ਤੁਹਾਡਾ, ਉਹ, ਆਪਣਾ। ਸੋ ਨਾਮ ਦੀ ਪੜ੍ਹਨਾਂਵ ਦੀ ਤੁਹਾਨੂੰ ਪਰਿਭਾਸ਼ਾ ਕਲੀਅਰ ਹੋ ਗਈ। ਹੁਣ ਅਸੀਂ ਪੜ੍ਹਨਾਂਵ ਦੀਆਂ ਕਿਸਮਾਂ ਦੀ ਗੱਲ ਕਰਾਂਗੇ। ਪੜ੍ਹਨਾਂਵ ਦੀਆਂ ਜੋ ਕਿਸਮਾਂ ਹਨ ਉਹਨਾਂ ਦਾ ਹੁਣ ਜ਼ਿਕਰ ਕਰਨ ਜਾ ਰਹੇ ਹਾਂ। ਧਿਆਨ ਨਾਲ ਬੇਟਾ ਸਮਝ। ਸੋ ਪੜ੍ਹਨਾਂਵ ਦੀ ਗੱਲ ਕਰ ਰਹੇ ਹਾਂ। ਪੜ੍ਹਨਾਂਵ ਦੀ ਕਿਸਮਾਂ ਕਿੰਨੀਆਂ ਹਨ? 5 ਕਿਸਮਾਂ ਹਨ। ਸਭ ਤੋਂ ਪਹਿਲਾਂ ਅਸੀਂ ਕਿਸ ਕਿਸਮ ਦੀ ਗੱਲ ਕਰਨ ਜਾ ਰਹੇ ਹਾਂ? ਸਭ ਤੋਂ ਪਹਿਲੀ ਹੈ ਪੁਰਖਵਾਚਕ ਪੜ੍ਹਨਾਂਵ। ਜਿਹੜੇ ਪੜ੍ਹਨਾਂਵ ਕੇਵਲ ਕਿਸੇ ਪੁਰਖ ਦੀ ਥਾਂ ਤੇ ਵਰਤੇ ਜਾਂਦੇ ਹਨ ਉਹਨਾਂ ਨੂੰ ਪੁਰਖਵਾਚਕ ਪੜ੍ਹਨਾਂਵ ਕਿਹਾ ਜਾਂਦਾ ਹੈ। ਜਿਹੜੇ ਪੜ੍ਹਨਾਂਵ ਕੇਵਲ ਕਿਸੇ ਪੁਰਖ ਦੀ ਥਾਂ ਤੇ ਵਰਤੇ ਜਾਣ ਉਹਨਾਂ ਨੂੰ ਪੁਰਖਵਾਚਕ ਪੜ੍ਹਨਾਂਵ ਕਿਹਾ ਜਾਂਦਾ ਹੈ। ਜਿਵੇਂ ਮੈਂ, ਮੈਨੂੰ, ਤੂੰ, ਤੁਸੀਂ ਆਦਿ। ਅੱਗੋਂ ਜਿਹੜਾ ਪੁਰਖਵਾਚਕ ਪੜ੍ਹਨਾਂਵ ਹੈ ਉਹ ਵੀ 3 ਪ੍ਰਕਾਰ ਦਾ ਹੈ। ਉੱਤਮ ਪੁਰਖ, ਮੱਧਮ ਪੁਰਖ, ਅਨਯ ਪੁਰਖ। ਉੱਤਮ ਪੁਰਖ ਮੈਂ, ਮੇਰਾ, ਮੈਥੋਂ, ਅਸੀਂ। ਮੱਧਮ ਤੂੰ, ਤੁਹਾਡਾ, ਤੁਸੀਂ, ਤੇਰਾ, ਤੁਹਾਨੂੰ ਆਦਿ। ਅਨਯ ਉਹ, ਉਸ, ਉਹਨਾਂ ਆਦਿ। ਹੁਣ ਉਹਨਾਂ ਨੂੰ ਵਿਸਥਾਰ ਨਾਲ ਸਮਝਦੇ ਹਾਂ। ਪੁਰਖਵਾਚਕ ਪੜ੍ਹਨਾਂਵ ਜਿਹੜਾ ਕਿ ਅੱਗੋਂ 3 ਪ੍ਰਕਾਰ 'ਚ ਵੰਡਿਆ ਗਿਆ ਹੈ। ਪਹਿਲਾ ਆਉਂਦਾ ਹੈ ਉੱਤਮ ਪੁਰਖ। ਉੱਤਮ ਪੁਰਖ ਕੌਣ ਹੁੰਦਾ ਹੈ? ਜਿਹੜਾ ਵਿਅਕਤੀ ਗੱਲ ਕਰ ਰਿਹਾ। ਜਿਵੇਂ ਮੈਂ ਗੱਲ ਕਰ ਰਹੀ ਹਾਂ ਤੇ ਮੈਂ, ਮੇਰਾ, ਜਿਵੇਂ ਮੈਂ ਪੜ੍ਹਾ ਰਹੀ ਹਾਂ, ਮੇਰਾ ਘਰ ਹੈ, ਮੈਂ ਪੜ੍ਹਾਂਗੀ, ਅਸੀਂ ਆਹ ਕੰਮ ਕਰਾਂਗੇ। ਇਹ ਕੌਣ ਹੈ? ਉੱਤਮ ਪੁਰਖ। ਫਿਰ ਆਉਂਦਾ ਹੈ ਮੱਧਮ ਪੁਰਖ। ਮੱਧਮ ਪੁਰਖ ਜਿਸ ਦੇ ਨਾਲ ਤੁਸੀਂ ਗੱਲ ਕਰ ਰਹੇ ਹੋ। ਜਿਸ ਤਰ੍ਹਾਂ ਤੂੰ ਕੀ ਕਰ ਰਿਹਾ ਹੈ, ਤੁਸੀਂ ਕਿੱਥੇ ਜਾ ਰਹੇ ਹੋ, ਤੁਸੀਂ ਕੀ ਪੜ੍ਹ ਰਹੇ ਹੋ, ਤੁਸੀਂ ਕਿਵੇਂ ਕਰੋਗੇ, ਉਹ ਕੌਣ ਹੈ? ਮੱਧਮ ਪੁਰਖ। ਫਿਰ ਆਉਂਦਾ ਹੈ ਅਨਯ ਪੁਰਖ, ਜਿਸ ਦੀ ਗੱਲ ਕੀਤੀ ਜਾ ਰਹੀ ਹੈ। ਜਿਵੇਂ ਉਦਾਹਰਨ ਲੈ ਲਈਏ ਕਿ ਮੈਂ ਕਿਸੇ ਇੱਕ ਬੱਚੇ ਨੂੰ ਪੁੱਛ ਰਹੀ ਹਾਂ। ਜਿਵੇਂ ਸਪੋਜ਼ ਇੱਕ ਬੱਚਾ ਸੂਰਜ ਹੈ, ਮੈਂ ਉਸਨੂੰ ਪੁੱਛਾਂ ਤੀਸਰੇ ਬੱਚੇ ਬਾਰੇ ਕਿ ਸੂਰਜ ਰਾਮ ਕੱਲ ਸਕੂਲ ਕਿਉਂ ਨਹੀਂ ਆਇਆ? ਸੂਰਜ ਰਾਮ ਕੱਲ ਸਕੂਲ ਕਿਉਂ ਨਹੀਂ ਆਇਆ? ਮੈਂ ਸੂਰਜ ਨੂੰ ਪੁੱਛਿਆ। ਸੋ ਮੈਂ ਉੱਤਮ ਪੁਰਖ, ਸੂਰਜ ਮੱਧਮ ਪੁਰਖ, ਰਾਮ ਅਨਯ ਪੁਰਖ। ਜਿਸ ਦੀ ਗੱਲ ਹੋ ਰਹੀ ਹੈ ਉਹ ਅਨਯ ਪੁਰਖ। ਜੋ ਗੱਲ ਕਰ ਰਿਹਾ ਹੈ ਉੱਤਮ ਪੁਰਖ, ਜਿਸ ਨਾਲ ਗੱਲ ਹੋ ਰਹੀ ਹੈ ਮੱਧਮ ਪੁਰਖ, ਜਿਸ ਬਾਰੇ ਗੱਲ ਕੀਤੀ ਜਾ ਰਹੀ ਹੈ ਉਹ ਹੈ ਅਨਯ ਪੁਰਖ। ਅਗਲਾ ਪੜ੍ਹਨਾਂਵ ਦੀ ਦੂਸਰੀ ਕਿਸਮ ਹੈ ਜਿਸ ਦਾ ਨਾਮ ਹੈ ਪ੍ਰਸ਼ਨਵਾਚਕ ਪੜ੍ਹਨਾਂਵ। ਜਿਨ੍ਹਾਂ ਸ਼ਬਦਾਂ ਤੋਂ ਸਾਨੂੰ ਕੋਈ ਵੀ ਗੱਲ ਕਰਦੇ ਵਕਤ, ਜਿਹੜੇ ਪੜ੍ਹਨਾਵੀ ਸ਼ਬਦਾਂ ਦੀ ਵਰਤੋਂ ਕਰਦੇ ਵਕਤ ਸਾਨੂੰ ਇੰਝ ਲੱਗੇ ਕਿ ਅਸੀਂ ਸਾਹਮਣੇ ਵਾਲੇ ਤੋਂ ਕੋਈ ਪ੍ਰਸ਼ਨ ਕਰ ਰਹੇ ਹਾਂ ਉਸਨੂੰ ਕੀ ਕਵਾਂਗੇ? ਪ੍ਰਸ਼ਨਵਾਚਕ ਪੜ੍ਹਨਾਂਵ। ਜਿਵੇਂ ਕੌਣ ਰੌਲਾ ਪਾ ਰਿਹਾ ਹੈ, ਇਹ 'ਚ ਕੌਣ ਰੌਲਾ ਪਾ ਰਿਹਾ ਹੈ। ਅਗਰ ਅਸੀਂ ਕਹੀਏ ਕਿ ਰਾਮ ਰੌਲਾ ਪਾ ਰਿਹਾ ਹੈ ਤਾਂ ਉਹ ਨਾਮ ਹੋ ਜਾਏਗਾ। ਨਾਮ ਸਿੱਧਾ ਆ ਗਿਆ, ਰਾਮ ਦਾ ਆ ਗਿਆ ਨਾਮ, ਇਸ ਲਈ ਨਾਮ ਹੋ ਜਾਏਗਾ ਕਿ ਰਾਮ ਰੌਲਾ ਪਾ ਰਿਹਾ ਹੈ। ਅਗਰ ਅਸੀਂ ਹੁਣ ਰਾਮ ਦੀ ਜਗ੍ਹਾ ਤੇ ਇਸਤੇਮਾਲ ਪੜ੍ਹਨਾਵੀ ਸ਼ਬਦ ਕਰ ਰਹੇ ਹਾਂ ਕਿ ਕੌਣ ਰੌਲਾ ਪਾ ਰਿਹਾ ਹੈ, ਤਾਂ ਉਹ ਕੀ ਹੈ? ਪ੍ਰਸ਼ਨਵਾਚਕ ਪੜ੍ਹਨਾਂਵ। ਜਾਂ ਕਿਹੜਾ ਬੱਚਾ ਕੰਮ ਨਹੀਂ ਕਰ ਰਿਹਾ ਹੈ। ਕਿਹੜਾ, ਇਸ ਤੋਂ ਹੀ ਸ਼ਬਦ ਤੋਂ ਕਲੀਅਰ ਹੋ ਰਿਹਾ ਹੈ, ਸਾਫ਼ ਹੋ ਰਿਹਾ ਕਿ ਅਸੀਂ ਪ੍ਰਸ਼ਨ ਪੁੱਛਦੇ ਪਏ ਹਾਂ। ਸੋ ਪੜ੍ਹਨਾਂਵ ਦੀ ਦੂਸਰੀ ਕਿਸਮ ਹੈ ਪ੍ਰਸ਼ਨਵਾਚਕ ਪੜ੍ਹਨਾਂਵ। ਜੋ ਸ਼ਬਦ ਪੜ੍ਹਨਾਂਵ ਵੀ ਹੁਣ ਅਤੇ ਉਹਨਾਂ ਰਾਹੀਂ ਪ੍ਰਸ਼ਨ ਵੀ ਪੁੱਛਿਆ ਜਾਵੇ ਉਹ ਕੀ ਹੈ? ਪ੍ਰਸ਼ਨਵਾਚਕ ਪੜ੍ਹਨਾਂਵ। ਜਿਵੇਂ ਕੌਣ ਰੌਲਾ ਪਾ ਰਿਹਾ ਹੈ, ਕਿਹੜਾ ਬੱਚਾ ਪੜ੍ਹ ਨਹੀਂ ਰਿਹਾ ਹੈ। ਸੋ ਇਹ ਕਿਹੜਾ ਪੜ੍ਹਨਾਂਵ ਹੈ? ਪ੍ਰਸ਼ਨਵਾਚਕ। ਤੀਸਰੀ ਕਿਸਮ ਜੋ ਪੜ੍ਹਨਾਂਵ ਦੀ ਹੈ ਉਹ ਹੈ ਨਿਸ਼ਚੈਵਾਚਕ ਪੜ੍ਹਨਾਂਵ। ਨਿਸ਼ਚੈਵਾਚਕ ਪੜ੍ਹਨਾਂਵ ਸ਼ਬਦ ਤੋਂ ਹੀ ਕਲੀਅਰ ਹੋ ਰਿਹਾ ਹੈ। ਇਸ ਦਾ ਅਰਥ ਨਿਸ਼ਚੈ ਮਤਲਬ ਜਿਸ ਬਾਰੇ ਤੁਹਾਨੂੰ ਪੱਕਾ ਪੂਰਾ ਗਿਆਨ ਹੋਏ, ਜਿਸ ਚੀਜ਼ ਬਾਰੇ ਤੁਹਾਨੂੰ ਪੱਕਾ ਪਤਾ ਹੋਏ ਕਿ ਕੀ ਹੋ ਰਿਹਾ ਹੈ।
ਨਿਸ਼ਚੈਵਾਚਕ ਪੜਨਾਂਵ ਉਹ ਹੈ ਜਿਸ ਵਿੱਚ ਦੂਰ ਜਾਂ ਨੇੜੇ ਦੀ ਦਿਸਦੀ ਚੀਜ਼ ਵੱਲ ਤੁਸੀਂ ਇਸ਼ਾਰਾ ਕਰਕੇ ਉਸ ਦੇ ਨਾਮ ਦੀ ਜਗ੍ਹਾ 'ਤੇ ਜੋ ਸ਼ਬਦ ਇਸਤੇਮਾਲ ਕਰਦੇ ਹੋ ਉਸ ਨੂੰ ਕੀ ਕਹਿੰਦੇ ਹਨ? ਨਿਸ਼ਚੈਵਾਚਕ ਪੜਨਾਂਵ। ਜਿਵੇਂ ਉਹ ਪੜ੍ਹ ਰਹੀਆਂ ਹਨ, ਉਹ ਪੜ੍ਹ ਰਹੀਆਂ ਹਨ, ਰਹੀਆਂ ਤੋਂ ਸਮਝ ਆ ਰਿਹਾ ਹੈ ਕਿ ਉਹ ਲੜਕੀਆਂ ਹੋਣਗੀਆਂ, ਇਸਤਰੀ ਲਿੰਗ ਹੈ, ਠੀਕ ਹੈ। ਲੇਕਿਨ ਅਸੀਂ ਉਹਨਾਂ ਦਾ ਨਾਮ ਨਹੀਂ ਇਸਤੇਮਾਲ ਕਰ ਰਹੇ, ਨਾ ਹੀ ਕੁੜੀਆਂ ਲਿਖ ਰਹੇ ਹਾਂ ਤੇ ਨਾ ਹੀ ਇਸਤਰੀਆਂ ਲਿਖ ਰਹੇ ਹਾਂ, ਲੇਕਿਨ ਉਸ ਦੀ ਜਗ੍ਹਾ ਕੀ ਸ਼ਬਦ ਦਾ ਪ੍ਰਯੋਗ ਕਰ ਰਹੇ ਹਾਂ? ਉਹ ਦਾ। ਇਹਦਾ ਮਤਲਬ ਸਾਨੂੰ ਇਹ ਤਾਂ ਪੱਕਾ ਪਤਾ ਹੈ ਕਿ ਉਹ ਇਸਤਰੀ ਲਿੰਗ ਹੈ, ਪਰ ਉਹਨੇ ਨਾਮ ਦੀ ਜਗ੍ਹਾ 'ਤੇ ਇਸਤੇਮਾਲ ਕਿਹਾ ਉਹ। ਇਹਦਾ ਮਤਲਬ ਉਹ ਕੀ ਹੈ? ਨਿਸ਼ਚੈਵਾਚਕ ਪੜਨਾਂਵ। ਫਿਰ ਦੂਸਰੀ ਉਦਾਹਰਨ ਹੈ, ਉਹ ਮੁੰਡਾ ਕੌਣ ਹੈ ਜਾਂ ਮੁੰਡਾ ਕੀ ਕਰ ਰਿਹਾ ਹੈ। ਇੰਨਾ ਪਤਾ ਹੈ ਕਿ ਮੁੰਡਾ ਹੈ, ਨਾ ਉਸਦਾ ਸਾਨੂੰ ਨਾਮ ਨਹੀਂ ਪਤਾ, ਪਰ ਉਸ ਦੀ ਜਗ੍ਹਾ 'ਤੇ ਜੋ ਸ਼ਬਦ ਇਸਤੇਮਾਲ ਹੈ ਉਹ ਮੁੰਡਾ, ਤਾਂ ਉਹ ਕੀ ਹੈ? ਨਿਸ਼ਚੈਵਾਚਕ ਪੜਨਾਂਵ। ਸੋ ਦੂਰ ਜਾਂ ਨੇੜੇ ਦੀ ਦਿਸਦੀ ਚੀਜ਼ ਵੱਲ ਇਸ਼ਾਰਾ ਕਰਕੇ ਜਦੋਂ ਤੁਸੀਂ ਨਾਮ ਦੀ ਜਗ੍ਹਾ 'ਤੇ ਜਿਸ ਸ਼ਬਦ ਦਾ ਪ੍ਰਯੋਗ ਕਰਦੇ ਹੋ ਉਸ ਨੂੰ ਕੀ ਕਹਿੰਦੇ ਹਨ? ਨਿਸ਼ਚੈਵਾਚਕ ਪੜਨਾਂਵ। ਸੋ ਅਗਲਾ ਪੜਨਾਂਵ ਦੀ ਕਿਸਮ ਵੱਲ ਵਧਦੇ ਹਾਂ, ਜਿਹੜੀ ਕੀ ਹੈ? ਅਨਿਸ਼ਚੈਵਾਚਕ ਪੜਨਾਂਵ। ਪਹਿਲਾਂ ਅਸੀਂ ਕੀਤਾ ਸੀ ਨਿਸ਼ਚੈਵਾਚਕ, ਜਿਸ ਬਾਰੇ ਸਾਨੂੰ ਪੱਕਾ ਪਤਾ ਹੁੰਦਾ ਹੈ। ਹੁਣ ਅਸੀਂ ਕਰ ਰਹੇ ਅਨਿਸ਼ਚੈਵਾਚਕ। ਸ਼ਬਦ ਤੋਂ ਹੀ ਕਲੀਅਰ ਹੋ ਰਿਹਾ ਹੈ ਅਨਿਸ਼ਚੈ, ਜਿਸ ਬਾਰੇ ਪੱਕਾ ਗਿਆਨ ਨਹੀਂ ਹੁੰਦਾ ਹੈ। ਸੋ ਜਿਹੜੇ ਪੜਨਾਵੀ ਸ਼ਬਦਾਂ ਰਾਹੀਂ ਸਾਨੂੰ ਕਿਸੇ ਚੀਜ਼ ਦਾ ਅੰਦਾਜ਼ਾ ਤਾਂ ਹੋ ਸਕੇ ਲੇਕਿਨ ਗਿਣਤੀ ਪੱਕੀ ਨਾ ਦੱਸ ਸਕੇ, ਉਹ ਕਿਹੜੇ ਹੁੰਦੇ ਹਨ? ਅਨਿਸ਼ਚੈਵਾਚਕ ਪੜਨਾਂਵ। ਜਿਵੇਂ ਉਦਾਹਰਨ, ਸਾਰੇ ਹੱਸ ਰਹੇ ਹਨ। ਸਾਰੇ ਹੱਸ ਰਹੇ ਹਨ, ਸਾਨੂੰ ਨਹੀਂ ਪਤਾ ਕਿੰਨੇ ਨੇ, 1 ਨੇ, 2 ਨੇ, 10 ਨੇ, 20 ਨੇ। ਪੜਨਾਵੀ ਸ਼ਬਦ ਹੈ ਸਾਰੇ। ਸਾਰੇ ਹੱਸ ਰਹੇ ਹਨ, ਗਿਣਤੀ ਪੱਕੀ ਨਹੀਂ ਪਤਾ, ਅੰਦਾਜ਼ਾ ਪਤਾ ਹੈ। ਸੋ ਜਿਨ੍ਹਾਂ ਪੜਨਾਵੀ ਸ਼ਬਦਾਂ ਤੋਂ ਅੰਦਾਜ਼ਾ ਲੱਗ ਸਕੇ ਲੇਕਿਨ ਗਿਣਤੀ ਦਾ ਪਤਾ ਨਾ ਲੱਗੇ, ਉਹ ਕੀ ਹੈ? ਅਨਿਸ਼ਚੈਵਾਚਕ ਪੜਨਾਂਵ, ਠੀਕ ਹੈ। ਜਿਵੇਂ ਦੂਸਰੀ ਐਗਜ਼ਾਮਪਲ ਦਿੱਤੀ ਹੈ, ਸਰਬੱਤ ਦਾ ਭਲਾ ਮੰਗੋ। ਸਰਬੱਤ ਯਾਨੀ ਕਿ ਸਾਰੀ ਦੁਨੀਆ ਦਾ। ਵੈਸੇ ਵੀ ਕਰੋਨਾ ਵਾਇਰਸ ਫੈਲਿਆ ਹੋਇਆ, ਸਰਬੱਤ ਦਾ ਭਲਾ ਮੰਗਣਾ ਵੀ ਚਾਹੀਦਾ ਹੈ, ਸਾਰੀ ਦੁਨੀਆ ਦਾ ਭਲਾ ਮੰਗਣਾ ਚਾਹੀਦਾ ਹੈ। ਸਰਬੱਤ ਦਾ ਭਲਾ ਮੰਗੋ, ਸਾਰੀ ਦੁਨੀਆ ਦਾ ਅਸੀਂ ਭਲਾ ਮੰਗਦੇ, ਪਰ ਇਹਦੇ ਵਿੱਚ ਪੱਕੀ ਕੋਈ ਗਿਣਤੀ ਨਹੀਂ ਹੈ, ਅਨਿਸ਼ਚੈ ਹੈ। ਸੋ ਜਿਹੜੇ ਪੜਨਾਵੀ ਸ਼ਬਦਾਂ ਤੋਂ ਅੰਦਾਜ਼ਾ ਤਾਂ ਮਿਲੇ ਲੇਕਿਨ ਗਿਣਤੀ ਦਾ ਨਾ ਪਤਾ ਚੱਲੇ, ਉਹ ਕੀ ਹੈ? ਅਨਿਸ਼ਚੈਵਾਚਕ ਪੜਨਾਂਵ। ਪੜਨਾਂਵ ਦੀ ਜਿਹੜੀ ਅਗਲੀ 5ਵੀਂ ਕਿਸਮ ਅਸੀਂ ਪੜ੍ਹਨ ਜਾ ਰਹੇ ਹਾਂ ਉਸ ਦਾ ਨਾਮ ਹੈ ਸੰਬੰਧਵਾਚਕ ਪੜਨਾਂਵ। ਸ਼ਬਦ ਤੋਂ ਕਲੀਅਰ ਹੋ ਰਿਹਾ ਹੈ, ਸੰਬੰਧ। ਸੰਬੰਧ ਮਤਲਬ ਰਿਸ਼ਤੇਦਾਰੀ, ਜੋੜਨ ਦਾ ਕੰਮ। ਸੋ ਉਹ ਪੜਨਾਵੀ ਸ਼ਬਦ ਜੋ ਦੋ ਵਾਕਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਨ, ਉਸ ਨੂੰ ਕੀ ਕਹਿੰਦੇ ਹਨ? ਸੰਬੰਧਵਾਚਕ ਪੜਨਾਂਵ। ਯਾਨੀ ਕਿ ਉਹ ਸ਼ਬਦ ਪੜਨਾਂਵ ਵੀ ਨੇ ਲੇਕਿਨ ਉਹ ਯੋਜਕ ਵਾਂਗ, ਯੋਜਕ ਕੌਣ ਹੁੰਦਾ? ਜੋ ਦੋ ਵਾਕਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦਾ ਹੈ। ਉਹ ਪੜਨਾਵੀ ਸ਼ਬਦ ਜੋ ਦੋ ਵਾਕਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਨ, ਉਸ ਨੂੰ ਅਸੀਂ ਕੀ ਕਹਿੰਦੇ ਹਨ? ਸੰਬੰਧਵਾਚਕ ਪੜਨਾਂਵ। ਜਿਵੇਂ ਜੋ ਕਰੇਗਾ ਸੋ ਪਰੇਗਾ। ਇਸ ਵਾਕ ਵਿੱਚ ਜੋ ਅਤੇ ਸੋ ਕੀ ਹਨ? ਯੋਜਕ। ਜਾਂ ਫਿਰ ਸੂਰਜ ਉਸ ਵਿਦਿਆਰਥੀ ਦਾ ਨਾਮ ਹੈ। ਸੂਰਜ ਉਸ ਵਿਦਿਆਰਥੀ ਦਾ ਨਾਮ ਹੈ। ਇੱਕ ਵਾਕ ਬਹੁਤ ਸ਼ਰਾਰਤੀ ਹੈ, ਦੂਸਰਾ ਵਾਕ ਹੈ, ਪਰ ਇਹਨਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕੌਣ ਕਰੇਗਾ? ਸੰਬੰਧਵਾਚਕ ਪੜਨਾਂਵ। ਇਸ ਨੂੰ ਅਸੀਂ ਇਸ ਤਰ੍ਹਾਂ ਲਿਖਾਂਗੇ, ਸੂਰਜ ਉਸ ਵਿਦਿਆਰਥੀ ਦਾ ਨਾਮ ਹੈ ਜੋ ਕਿ ਬਹੁਤ ਸ਼ਰਾਰਤੀ ਹੈ। ਇਸ ਵਿੱਚ ਜੋ ਜਿਹੜਾ ਸ਼ਬਦ ਆਇਆ ਹੈ ਉਸਨੇ ਦੋ ਵਾਕਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕੀਤਾ ਹੈ। ਸੋ ਇਹ ਕੀ ਹੈ? ਸੰਬੰਧਵਾਚਕ ਪੜਨਾਂਵ। ਸੰਬੰਧਵਾਚਕ ਪੜਨਾਂਵ ਇੱਕ ਵਾਰ ਫਿਰ ਤੋਂ, ਉਹ ਪੜਨਾਵੀ ਸ਼ਬਦ ਜੋ ਪੜਨਾਂਵ ਵੀ ਹਨ ਪਲੱਸ ਯੋਜਕ ਵਾਂਗ ਦੋ ਸ਼ਬਦਾਂ ਨੂੰ ਦੋ ਵਾਕਿਆਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦੇ ਹਨ, ਉਹਨਾਂ ਨੂੰ ਅਸੀਂ ਕੀ ਕਹਿੰਦੇ ਹਨ? ਸੰਬੰਧਵਾਚਕ ਪੜਨਾਂਵ। ਜਿਵੇਂ ਜੋ ਕਰੇਗਾ ਸੋ ਭਰੇਗਾ। ਰਾਮ ਉਹ ਵਿਦਿਆਰਥੀ ਹੈ ਜੋ ਕਿ ਬਹੁਤ ਸ਼ਰਾਰਤੀ ਹੈ। ਇਸ ਵਿੱਚ ਜੋ ਜਿਹੜਾ ਸ਼ਬਦ ਆਇਆ ਹੈ ਰਾਮ ਵਾਲੇ 'ਚ, ਉਹ ਹੈ ਪੜਨਾਵੀ ਸੰਬੰਧਵਾਚਕ ਪੜਨਾਂਵ। ਔਰ ਜੋ ਕਰੇਗਾ ਸੋ ਭਰੇਗਾ, ਇਸ ਵਿੱਚ ਜੋ ਅਤੇ ਸੋ ਕੀ ਹਨ? ਸੰਬੰਧਵਾਚਕ ਪੜਨਾਂਵ। ਆਸ ਕਰਦੀ ਹਾਂ ਤੁਹਾਨੂੰ ਪੜਨਾਂਵ ਚੰਗੀ ਤਰ੍ਹਾਂ ਸਮਝ ਆ ਗਿਆ ਹੋਏਗਾ। ਫਿਰ ਵੀ ਜੇ ਕੋਈ ਕੁਐਸਚਨ ਹੈ, ਕੋਈ ਮੁਸ਼ਕਿਲ ਲੱਗ ਰਹੀ ਹੈ ਤਾਂ ਮੇਰੇ ਕਮੈਂਟ ਬਾਕਸ ਲਿਖ ਸਕਦੇ ਹੋ, ਮੈਨੂੰ ਦੱਸ ਸਕਦੇ ਹੋ। ਮੈਂ ਤੁਹਾਡੇ ਸਾਰੇ ਪ੍ਰਸ਼ਨਾਂ ਦੇ ਉੱਤਰ ਲੈ ਕੇ ਫਿਰ ਅਗਲੇ ਐਪੀਸੋਡ ਵਿੱਚ ਆਵਾਂਗੀ। ਸੋ ਤਦ ਤੱਕ ਧਿਆਨ ਰੱਖੋ, ਖੁਸ਼ ਰਹੋ ਔਰ ਆਪਣੀ ਪੜ੍ਹਾਈ ਕਰਦੇ ਰਹੋ। ਧੰਨਵਾਦ।